ਅੱਜ ਦਾ ਟੌਪਿਕ ਹੈ that is half wave controlled rectifier। ਕੱਲ ਆਪਾਂ ਕੰਟਰੋਲ ਰੈਕਟੀਫਾਇਰ ਦੀ ਇੰਟਰੋਡਕਸ਼ਨ ਕੀਤੀ ਸੀ, ਠੀਕ ਹੈ। ਉਹਦੇ ਵਿੱਚ ਦੱਸਿਆ ਸੀ ਕਿ ਕਿੱਦਾਂ SCR ਯੂਜ਼ ਕੀਤੇ ਜਾਂਦੇ ਆ ਫॉर ਦਾ ਰੈਕਟੀਫਾਇਰ ਪਰਪਸ AC to DC ਨੂੰ ਕਨਵਰਟ ਕਰਨ ਲਈ। ਬਟ ਇਹਦੇ ਵਿੱਚ ਕੰਟਰੋਲਡ ਵਰਡ ਜਿਹੜਾ ਆ that is meant for the variable output, ਕਿ ਆਪਾਂ ਆਪਣੇ ਅਕੋਰਡਿੰਗਲੀ ਵੇਰੀਏਬਲ ਆਊਟਪੁੱਟ ਲੈ ਸਕਦੇ ਆ ਐਂਡ ਇਨ ਦਾ ਫਾਰਮ ਆਫ DC, ਠੀਕ ਹੈ। ਵੇਰੀਏਬਲ DC ਆਊਟਪੁੱਟ ਜਿਹੜੀ ਹੈ ਉਹ ਸਾਨੂੰ ਮਿਲ ਸਕਦੀ ਹੈ ਬਾਹਰ, ਇਸ ਕਰਕੇ ਇਹਦਾ ਨਾਮ ਹੈ ਕੰਟਰੋਲਡ ਰੈਕਟੀਫਾਇਰ, ਠੀਕ ਹੈ। ਜਦ ਕਿ ਦੂਜੇ ਤਰੀਕੇ ਦਾ ਰੈਕਟੀਫਾਇਰ ਵੀ ਆਪਾਂ ਪੜਿਆ ਸੀ, that was ਅਨਕੰਟਰੋਲਡ ਰੈਕਟੀਫਾਇਰ। ਆਲਰੇਡੀ ਆਪਾਂ ਬੇਸਿਕ ਇਲੈਕਟ੍ਰੋਨਿਕਸ ਵਿੱਚ ਪੜਿਆ ਹੋਇਆ, ਜੋ ਕਿ ਡਾਇਓਡ ਦੀ ਹੈਲਪ ਨਾਲ ਬਣਾਉਂਦੇ ਸੀ, ਠੀਕ ਹੈ। ਉਹਨੂੰ ਅਨਕੰਟਰੋਲਡ ਕਿਹਾ ਜਾਂਦਾ ਸੀ ਬਿਕੋਜ਼ ਉਹਦੇ ਵਿੱਚ ਫਿਕਸਡ DC ਆਊਟਪੁੱਟ ਮਿਲਦੀ ਸੀ, ਕਿ ਕੋਈ ਕੰਟਰੋਲ ਨਹੀਂ ਸੀ ਕਰ ਸਕਦੇ ਉਹਨੂੰ ਆਪਾਂ, ਰਾਈਟ। ਸੋ that was the difference between uncontrolled and controlled rectifier। ਉਸ ਤੋਂ ਬਾਅਦ ਆਪਾਂ ਡਿਸਕਸ ਕੀਤਾ ਸੀ ਕੰਟਰੋਲ ਰੈਕਟੀਫਾਇਰ ਦੀਆਂ ਕਲਾਸੀਫਿਕੇਸ਼ਨ, ਜਿਹਦੇ ਸਭ ਤੋਂ ਪਹਿਲੀ ਕਲਾਸੀਫਿਕੇਸ਼ਨ ਸੀ ਹਾਫ ਵੇਵ। ਹਾਫ ਵੇਵ ਦਾ ਮਤਲਬ ਹੈ, ਇਹਦੇ ਬਾਰੇ ਪਹਿਲਾਂ ਇੰਟਰੋਡਕਸ਼ਨ ਇਹਦੀ ਦਿੱਤੀ ਹੋਈ ਹੈ। In half wave controlled rectifier, the load power can be controlled in only one half cycle of the input AC supply। So half wave ਜਿਹੜਾ word ਹੈ ਉਹ ਕਿੱਥੋਂ ਬਣਿਆ, ਕਿ ਸਾਡੇ ਕੋਲ ਪਿੱਛੋਂ AC supply ਜਿਹੜੀ ਹੈ we know that ਕਿ ਉਹ ਦੋ cycles ਤੋਂ ਬਣੀ ਹੁੰਦੀ, half positive and half negative, ਠੀਕ ਹੈ। ਇਹ ਸਾਡਾ ਇੱਕ ਸਾਈਕਲ ਕੰਪਲੀਟ ਕਰਦੀ ਹੈ। ਇਹਦੇ ਚੋਂ ਵੀ ਆਪਾਂ ਸਿਰਫ ਹਾਫ ਵੇਵ ਨਾਲ ਡੀਲ ਕਰ ਰਹੇ ਹਾਂ ਜਦੋਂ ਸਾਡੇ ਕੋਲ ਆਊਟਪੁੱਟ ਆ ਰਹੀ ਹੈ। ਬਾਕੀ ਜਿਹੜਾ ਹਾਫ ਵੇਵ ਹੈ ਉਹਦੇ ਵਿੱਚ ਜਿਹੜਾ ਰੈਕਟੀਫਾਇਰ ਕੰਪੋਨੈਂਟ ਹੈ ਉਹ ਕੰਮ ਨਹੀਂ ਕਰਦਾ, ਇਸ ਕਰਕੇ ਸਿਰਫ ਹਾਫ ਵੇਵ ਤੇ ਗੱਲ ਕਰਦਾ ਉਹ। ਸੋ ਇਟਸ ਨੇਮ ਇਜ਼ ਹਾਫ ਵੇਵ ਕੰਟਰੋਲ ਰੈਕਟੀਫਾਇਰ, ਠੀਕ ਹੈ। ਇਟ ਵਿਲ ਓਨਲੀ accept the positive half cycle of the AC supply and reject the negative half cycle of AC supply। That is why it is known as half wave control rectifier। The load power can be controlled in only one half cycle of input AC supply। ਆ ਇਹਦਾ ਡਾਇਗਰਾਮ ਹੈ, ਬਣਾ ਲਓ HWCR ਦਾ। ਸਿੰਪਲ ਇਹਦੇ ਵਿੱਚ ਕੀ ਦਿੱਤਾ ਹੋਇਆ, ਇੱਕ AC ਸਪਲਾਈ ਦਿੱਤੀ ਹੈ ਜਿਹਨੂੰ ਨਾਮ ਦਿੱਤਾ VG, ਕੋਈ ਵੀ ਨਾਮ ਦੇ ਸਕਦੇ ਆ, ਬਟ ਵੀ ਹੈਵ ਗਿਵਨ ਦਾ ਸਪਲਾਈ VG। VG ਦੀ ਜਗ੍ਹਾ ਤੁਸੀਂ ਇੱਥੇ Vin ਲਿਖ ਲੈਣਾ, that is more appropriate। ਇਨਪੁਟ ਸਪਲਾਈ ਇੱਥੇ ਦਿੱਤੀ ਆਪਾਂ, ਇੱਕ SCR ਲੱਗਾ, ਸੋ HWCR ਦੇ ਵਿੱਚ only one SCR is required। ਇਹ ਵੀ ਲਾਈਨ ਇੱਕ ਐਡ ਕਰ ਲੈਣਾ ਕਿ only one SCR is required in the half wave control rectifier, ਜਿਹਨੂੰ ਆਪਾਂ ਐਨੋਡ ਨੂੰ AC ਸਪਲਾਈ ਦੀ ਪੋਜ਼ਿਟਿਵ ਨਾਲ ਲਗਾਇਆ ਹੋਇਆ ਹਾਲੇ, ਪਰ ਜਦੋਂ ਇਹ ਨੈਗੇਟਿਵ ਆਏਗੀ ਪਿੱਛੋਂ ਸਪਲਾਈ ਤਾਂ ਇੱਥੇ ਨੈਗੇਟਿਵ ਪੁਆਇੰਟ ਬਣ ਜਾਏਗਾ ਉਸ ਟਾਈਮ ਤੇ, ਠੀਕ ਹੈ। ਸੋ ਫਿਲਹਾਲ AC ਸਪਲਾਈ ਦੇ ਨਾਲ ਕਨੈਕਟਡ ਹੈ। ਉਸ ਤੋਂ ਬਾਅਦ ਜਿਹੜਾ ਕੈਥੋਡ ਹੈ that is connected with the ਲੋਡ ਰਜਿਸਟਰ, ਠੀਕ ਹੈ। ਇੱਕ ਲੋਡ ਰਜਿਸਟਰ ਲਗਾਇਆ R ਨਾਮ ਦਾ, ਉੱਥੇ ਜਿਹੜੀ ਸਾਨੂੰ ਆਊਟਪੁੱਟ ਮਿਲੇਗੀ that is VO। ਸਾਨੂੰ ਤਿੰਨ ਆਊਟਪੁੱਟਸ ਮਿਲ ਰਹੀਆਂ ਇਹਦੇ ਵਿੱਚ, ਇੱਕ Vin, ਇੱਥੇ VAK ਮਿਲ ਰਹੀ ਹੈ। VAK ਨੂੰ ਆਪਾਂ ਨਾਮ ਇੱਕ ਹੋਰ ਦਿੱਤਾ ਹੋਇਆ VT, ਥਾਇਰਿਸਟਰ ਦੇ ਅਕ੍ਰੋਸ ਜਿਹੜੀ ਵੋਲਟੇਜ ਮਿਲ ਰਹੀ ਹੈ ਉਹਨੂੰ VT ਜਾਂ VAK ਦੇਵਾਂਗੇ ਨਾਮ, ਤੇ ਜਿਹੜੀ ਸਾਨੂੰ ਆਊਟਪੁੱਟ ਤੇ ਵੋਲਟੇਜ ਮਿਲ ਰਹੀ ਹੈ ਉਹਨੂੰ VO ਦਾ ਨਾਮ ਦਿੱਤਾ ਹੋਇਆ। ਸੋ 3 ਵੋਲਟੇजेस ਆਰ ਹੇਅਰ, ਠੀਕ ਹੈ। ਜਿਹੜਾ ਕਰੰਟ ਫਲੋ ਕਰੇਗਾ ਇਸ ਸਰਕਟ ਦੇ ਵਿੱਚ that is known as IO, ਆਊਟਪੁੱਟ ਕਰੰਟ, ਜਿਹੜਾ ਆਪਾਂ ਮੈਜ਼ਰ ਕਰਨਾ ਹੈ ਦਾ ਆਊਟਪੁੱਟ ਸਾਈਡ। ਸੋ ਇਹ ਸਾਡਾ ਡਾਇਗਰਾਮ ਹੈ, ਇਹਨੂੰ ਕਾਪੀ ਤੇ ਫਟਾਫਟ ਬਣਾ ਲਓ, ਮੈਂ ਅਗਲੀ ਸਲਾਈਡ ਤੇ ਚੱਲਾਂ ਫਿਰ, ਠੀਕ ਹੈ। ਐਂਡ ਦਾ ਜਿਹੜੀ ਇਹਦੇ ਵਿੱਚ ਆਪਾਂ ਗੱਲ ਕਰਨੀ ਨਾ ਮੇਨ, ਉਹ ਕੀ ਹੈ, ਹਾਫ ਵੇਵ ਕੰਟਰੋਲਡ ਰੈਕਟੀਫਾਇਰ ਦਾ ਜਿਹੜਾ ਲੋਡ ਹੈ that is resistive in nature। ਦੋ ਲੋਡ ਦੇ ਉੱਤੇ ਆਪਾਂ ਹਾਫ ਵੇਵ ਕੰਟਰੋਲ ਰੈਕਟੀਫਾਇਰ ਨੂੰ ਡੀਲ ਕਰਾਂਗੇ, ਇੱਕ ਰੈਜ਼ਿਸਟਿਵ ਲੋਡ ਤੇ, ਦੂਜਾ ਇੰਡਕਟਿਵ ਲੋਡ ਤੇ। ਇੰਡਕਟਿਵ ਲੋਡ ਆਪਾਂ ਬਾਅਦ ਚੋਂ ਪੜਾਂਗੇ ਨੈਕਸਟ ਟਾਈਮ। ਅੱਜ ਦਾ ਜਿਹੜਾ ਟੌਪਿਕ ਹੋਏਗਾ ਉਹ ਸਿਰਫ ਰੈਜ਼ਿਸਟਿਵ ਲੋਡ ਦੇ ਉੱਤੇ ਡੀਲ ਕਰਾਂਗੇ, ਠੀਕ ਹੈ। ਸੋ ਇਹ ਲਾਈਨ ਨੂੰ ਵੀ ਐਡ ਕਰਨਾ ਕਿ ਆਪਾਂ ਲੋਡ ਜਿਹੜਾ ਲੈ ਰਹੇ ਹਾਂ that is only resistance। ਸੋ ਰੈਜ਼ਿਸਟਿਵ ਲੋਡ ਹੈ, ਬਣਾ ਲਿਆ ਸਭ ਨੇ? Yes sir। ਰਾਈਟ, ਅੱਗੇ ਚਲਦੇ ਹਾਂ। ਹਾਂਜੀ ਬੇਟਾ। सर पिछली वाली स्लाइड सर, AKG मतलब ये है वोल्टेज अक्रॉस एनोड एंड कैथोड ऑफ SCR। AK का मतलब एनोड कैथोड, G का मतलब गेट, ये SCR के टर्मिनल्स हैं। सर कैथोड C तो नहीं सी ਹੁੰਦਾ? कैथोड ਜਿਹੜਾ ਵਰਡ ਲਿਖਦੇ ਆ ਆਪਾਂ C ਤੋਂ ਆ, ਬਟ ਜਦੋਂ ਉਹਨੂੰ ਡਿਨੋਟ ਕਰਦੇ ਆ ਉਹ K ਤੋਂ ਕਰਦੇ ਆ ਹਮੇਸ਼ਾ। ओके सर। G stands for gate, ठीक है। ओके, ਹੁਣ ਆਪਾਂ ਇਹਦਾ ਕੰਮ ਕਰਨਾ ਹੈ ਆਪਰੇਸ਼ਨ ਐਂਡ ਵਰਕਿੰਗ ਪ੍ਰਿੰਸੀਪਲ। ਹੁਣ ਇਸ ਸਰਕਟ ਨੂੰ ਆਪਾਂ ਡਿਫਾਈਨ ਕਰਨਾ ਹੈ, ਉਹ ਆਪਰੇਸ਼ਨ ਦੇ ਵਿੱਚ ਕਰਾਂਗੇ। ਜਦੋਂ ਡਿਫਾਈਨ ਕਰਨਾ ਤੇ ਸਾਨੂੰ ਪਤਾ ਕਿ AC ਸਪਲਾਈ ਇਦਾਂ ਹੈ ਸਾਡੇ ਕੋਲ, ਆਪਾਂ ਪੂਰੇ ਸਾਈਕਲ ਨੂੰ ਡਿਫਾਈਨ ਕਰਨਾ ਹੈ ਕਿ ਪੋਜ਼ਿਟਿਵ ਵਿੱਚ ਕਿੱਦਾਂ ਕੰਮ ਕਰਦਾ ਤੇ ਨੈਗੇਟਿਵ ਚ ਕਿੱਦਾਂ ਕਰਦਾ, ਠੀਕ ਹੈ।
तो सब तो पहला पॉजिटिव हाफ साइकिल की गल करांगे जिहड़ा मेन है साडा बिकॉज इन्हें डील गल जिहड़ा इन्हें आंसर देना सानू रिजल्ट देना सिर्फ पॉजिटिव हाफ साइकिल च देना नेगेटिव च रिजल्ट नहीं देगा तो पहला पॉजिटिव हाफ साइकिल की गल करते हैं रेफरिंग द सर्किट डायग्राम ड्यूरिंग द पॉजिटिव हाफ साइकिल ऑफ द AC सप्लाई द थायरिस्टर इज फॉरवर्ड बायस ਹੁਣ ਇੱਥੇ ਦੇਖੋ ਜਦੋਂ ਆਪਾਂ ਇਹਨੂੰ ਫਾਰਵਰਡ ਬਾਇਸ ਕਰਦੇ ਆ that means ਸੌਰੀ ਪੋਜ਼ਿਟਿਵ ਸਪਲਾਈ ਦਿੰਨੇ ਉਸ ਟਾਈਮ ਤੇ ਇੱਥੇ ਪਲੱਸ ਆ ਜਾਂਦਾ ਇੱਥੇ ਨੈਗੇਟਿਵ ਆ ਜਾਂਦਾ प्लस का मतलब एनोड इज पॉजिटिव कैथोड इज नेगेटिव उस टाइम पे SCR फॉरवर्ड बायस हो जाएगा तो उन्होंने ये लाइन लिखी है कि थायरिस्टर SCR1 इज फॉरवर्ड बायस एट दैट टाइम एंड पॉजिटिव हाफ साइकिल ਨੂੰ ਵੀ ਉਹਨਾਂ ਨੇ ਦੋ ਦੇ ਵਿੱਚ ਵੰਡਤਾ ਬੇਸਿਕਲੀ ਸਾਡੇ ਕੋਲ ਪੋਜ਼ਿਟਿਵ ਹਾਫ ਸਾਈਕਲ ਆ ਹੁੰਦਾ 0 ਤੋਂ ਲੈ ਕੇ ਪਾਈ ਤੱਕ ਠੀਕ ਹੈ ਇਹਨਾਂ ਨੇ ਕੀ ਕੀਤਾ ਉਹਨੂੰ ਦੋ ਮੋਡ ਦੇ ਵਿੱਚ ਵੰਡਤਾ ਦੋ ਮੋਡ ਕਿਹੜੇ ਕਿਹੜੇ ਆ ਇੱਕ ਮੋਡ 1 ਜਿਹੜਾ 0 ਤੋਂ ਲੈ ਕੇ ਅਲਫਾ ਤੱਕ ਹੋਏਗਾ ਇੱਥੇ ਤੱਕ ਦੂਜਾ ਮੋਡ ਜਿਹੜਾ ਅਲਫਾ ਤੋਂ ਲੈ ਕੇ ਪਾਈ ਤੱਕ ਹੋਏਗਾ ਦੋ ਮੋਡ ਕਿਉਂ ਵੰਡਿਆ ਬਿਕੋਜ਼ ਇੱਕ ਅਲਫਾ ਇੱਕ ਇਹੋ ਜੀ ਚੀਜ਼ ਹੈ ਇਹਦੇ ਵਿੱਚ ਅਲਫਾ ਇਜ਼ ਬੇਸਿਕਲੀ ਫਾਇਰਿੰਗ ਐਂਗਲ ਜਿੱਥੇ ਆ ਕੇ SCR ਨੇ ਟਰਨ ਔਨ ਹੋਣਾ ਹਾਲੇ ਤੱਕ ਸਟਾਰਟਿੰਗ ਦੇ ਵਿੱਚ 0 ਤੋਂ ਲੈ ਕੇ ਅਲਫਾ ਤੱਕ ਉਹ ਸਿਰਫ ਫਾਰਵਰਡ ਬਾਇਸ ਹੋਇਆ ਬਟ ਟਰਨ ਔਨ ਨਹੀਂ ਹੋਏਗਾ ਟਰਨ ਔਨ ਕਦੋਂ ਹੋਏਗਾ ਜਦੋਂ ਆਪਾਂ ਗੇਟ ਪਲਸ ਦਵਾਂਗੇ ਠੀਕ ਹੈ तो गेट पल्स तक इन्हें टर्न ऑफ रहना फॉरवर्ड बायस ਦੇ ਵਿੱਚ ਲੀਕੇਜ ਕਰੰਟ ਫਲੋ ਕਰੇਗਾ ਆਪਾਂ SCR ਦਾ ਕਰੈਕਟਰਿਸਟਿਕਸ ਪੜੀ ਹੋਈ ਹੈ ਇਹ ਪਹਿਲਾਂ ਇੱਕ ਲੀਕੇਜ ਕਰੰਟ ਛੱਡਦਾ ਫਿਰ ਜਿੱਦਾਂ ਹੀ ਇਹਨੂੰ ਗੇਟ ਪਲਸ ਦਿੱਤੀ ਜਾਂਦੀ ਹੈ ਇਹ ਟਰਨ ਔਨ ਹੋ ਜਾਂਦਾ ਠੀਕ ਹੈ ਕਰੰਟ ਇਹਦੇ ਚੋਂ ਫਲੋ ਕਰਨਾ ਸ਼ੁਰੂ ਕਰ ਜਾਂਦਾ ਸੋ ਦੈਟ ਟਾਈਮ ਜਿਹੜਾ ਇੱਥੋਂ ਦੀ ਇੱਥੇ ਤੱਕ ਦਾ ਟਾਈਮ ਹੈ ਉਹ ਹੈਗਾ ਅਲਫਾ ਤੱਕ ਉਹਨੂੰ ਆਪਾਂ ਕਹਿੰਦੇ ਫਾਇਰਿੰਗ ਐਂਗਲ ਠੀਕ ਹੈ ਹੁਣ ਕੀ ਹੈ ਮੋਡ 1 ਦੀ ਗੱਲ ਕਰੀਏ ਇਹਨੂੰ ਆਪਾਂ ਮੋਡ 1 ਨੂੰ ਇੱਥੇ ਹਾਈਲਾਈਟ ਕਰ ਦਿੰਨੇ ਆ ਮੋਡ 1 ਹੈਗਾ 0 ਤੋਂ ਅਲਫਾ ਉਸ ਟਾਈਮ ਤੇ ਕੀ ਹੋਣਾ ਪਿੱਛੋਂ ਸਪਲਾਈ ਸਾਡੇ ਕੋਲ ਆਈ ਹੋਈ ਹੈ V in ਬਟ ਇਹ ਹਾਲੇ SCR ਜਿਹੜਾ ਹੈ that is in the forward blocking mode forward blocking mode ਕਿਹੜਾ ਹੁੰਦਾ ਜਦੋਂ SCR turn on ਨਹੀਂ ਹੋਇਆ ਹੁੰਦਾ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ that is called forward blocking mode ਠੀਕ ਹੈ ਇਸ ਪੁਆਇੰਟ ਤੱਕ ਇਹ ਟਰਨ ਔਨ ਨਹੀਂ ਹੋਇਆ ਜਦੋਂ ਇੱਥੇ ਪਹੁੰਚ ਜਾਂਦਾ ਬ੍ਰੇਕ ਓਵਰ ਵੋਲਟੇਜ ਪਹੁੰਚ ਜਾਂਦੀ ਉਸ ਤੋਂ ਬਾਅਦ IA ਫਲੋ ਕਰਦਾ ਇਹਦੇ ਚੋਂ that means ਜਦੋਂ 0 ਤੋਂ ਲੈ ਕੇ ਅਲਫਾ ਤੱਕ ਮੋਡ ਆਪਾਂ ਗੱਲ ਕਰ ਰਹੇ ਹਾਂ that is the SCR is in forward blocking mode so SCR ਜਿਹਨੂੰ ਆਪਾਂ T ਦਾ ਨਾਮ ਵੀ ਦਿੱਤਾ ਔਰ SCR1 ਦਾ it will act as an open circuit ਉਹ ਹਾਲੇ open circuit ਦੀ ਤਰ੍ਹਾਂ ਕੰਮ ਕਰ ਰਿਹਾ ਹੁਣ ਇਹ open circuit ਹੈ that means ਇੱਥੋਂ ਜਿਹੜੀ ਸਪਲਾਈ ਹੈ V in ਉਹ ਸਾਰੀ ਦੀ ਸਾਰੀ ਸਾਨੂੰ ਇੱਥੇ ਸ਼ੋ ਕਰ ਰਹੀ V in is equal to ਹੋਏਗੀ ਉਸ ਟਾਈਮ ਤੇ VT ਮਤਲਬ VAK ਵੀ ਕਹਿ ਸਕਦੇ ਹਾਂ ਇਹਨੂੰ ਰਾਈਟ ਜਿਹੜੀ ਆਊਟਪੁੱਟ ਵੋਲਟੇਜ ਹੋਏਗੀ that time 0 ਹੋਏਗੀ ਕਿਉਂ 0 ਹੋਏਗੀ ਬਿਕੋਜ਼ ਉਸ ਟਾਈਮ ਤੇ SCR ਓਪਨ ਸਟੇਟ ਤੇ ਹੈ ਓਪਨ ਸਰਕਟ ਹੈ ਤੇ ਆਊਟਪੁੱਟ ਵੋਲਟੇਜ ਸਾਨੂੰ ਕੋਈ ਨਹੀਂ ਮਿਲ ਰਹੀ ਹਾਲੇ ਤੱਕ ਆ ਸਾਡੀ ਇਨਪੁੱਟ ਵੋਲਟੇਜ ਹੈ ਹਾਲੇ ਤੱਕ 0 ਤੋਂ ਲੈ ਕੇ ਅਲਫਾ ਤੱਕ ਸਾਨੂੰ ਕੋਈ ਆਊਟਪੁੱਟ ਨਹੀਂ ਮਿਲ ਰਹੀ ਜਿੱਦਾਂ ਹੀ ਅਲਫਾ ਕਦੋਂ ਆਏਗਾ ਪੁਆਇੰਟ when the gate pulse is applied at alpha the thyristor or SCR becomes in the forward conducting mode ਉਸ ਟਾਈਮ ਤੇ ਇਹ forward conducting mode ਦੇ ਵਿੱਚ ਚਲਾ ਜਾਏਗਾ that means short circuit ਦੀ ਤਰ੍ਹਾਂ ਕੰਮ ਕਰੇਗਾ ਆਹ ਵਾਲਾ ਪੁਆਇੰਟ ਹੋਏਗਾ SCR ਦਾ this one ਇਸ ਪੁਆਇੰਟ ਤੇ ਆ ਕੇ ਜਦੋਂ ਗੇਟ ਪਲਸ ਦੇ ਦਿੱਤੀ ਜਾਂਦੀ ਸਮਥਿੰਗ ਉਸ ਟਾਈਮ ਤੇ thyristor forward conducting mode ਚਲ ਜਾਏਗਾ this is conducting mode and thyristor act like a closed switch ਹੁਣ ਇਹ closed switch ਦੀ ਤਰ੍ਹਾਂ ਐਕਟ ਕਰੇਗਾ ਤੇ ਸਾਰੀ ਵੋਲਟੇਜ ਸਪਲਾਈ ਜਿਹੜੀ ਹੈ ਇਨਪੁੱਟ ਵੋਲਟੇਜ ਉਹ ਸਾਰੀ ਆਊਟਪੁੱਟ ਤੇ ਸ਼ੋ ਹੋ ਜਾਏਗੀ ਉਸ ਟਾਈਮ ਤੇ V in ਜਿਹੜਾ ਹੈ ਉਹ VO ਬਣ ਜਾਏਗਾ ਠੀਕ ਹੈ VO ਬਣ ਜਾਏਗਾ ਕੀ ਹੋਏਗਾ the input AC voltage appears across the load the output voltage and output current both are positive ਉਸ ਟਾਈਮ ਤੇ ਜਿਹੜੀ ਸਾਡੇ ਕੋਲ output voltage ਤੇ output current ਹੈ ਉਹ ਦੋਨੋਂ ਦੇ ਦੋਨੋਂ ਪੋਜ਼ਿਟਿਵ ਹੋ ਜਾਣਗੇ ਆ ਚੀਜ਼ ਆਏਗੀ ਸਾਡੇ ਕੋਲ ਅਲਫਾ ਤੱਕ ਕੋਈ ਕਰੰਟ ਕੋਈ ਵੋਲਟੇਜ ਨਹੀਂ ਆਏਗੀ ਫਿਰ ਅਲਫਾ ਤੋਂ ਲੈ ਕੇ ਪਾਈ ਤੱਕ ਸਾਡੇ ਕੋਲ ਵੋਲਟੇਜ ਅਪੀਅਰ ਹੋ ਜਾਏਗੀ ਆਊਟਪੁੱਟ ਦੇ ਉੱਤੇ ਠੀਕ ਹੈ ਇਹ ਹੋ ਗਿਆ ਸਾਡਾ ਪੋਜ਼ਿਟਿਵ ਹਾਫ ਸਾਈਕਲ ਦੇ ਉੱਤੇ ਕਿੱਦਾਂ ਕੰਮ ਕਰ ਰਿਹਾ ਰੈਕਟੀਫਾਇਰ ਉਸ ਤੋਂ ਬਾਅਦ ਹੈ ਡਿਊ ਟੂ ਰੈਜ਼ਿਸਟਿਵ ਨੇਚਰ ਆਫ ਦਾ ਲੋਡ ਕਰੰਟ ਇਜ਼ ਇਨ ਦਾ ਫੇਜ਼ ਆਫ ਲੋਡ ਵੋਲਟੇਜ ਜੇ ਵੋਲਟੇਜ ਸਾਡੀ ਪੋਜ਼ਿਟਿਵ ਹੋਏਗੀ ਉਸ ਟਾਈਮ ਤੇ ਤਾਂ obvious ਹੈ ਰੈਜ਼ਿਸਟਿਵ ਲੋਡ ਹੈ that means ਕਰੰਟ ਵੀ as per ohms law ਕਰੰਟ ਵੀ ਪੋਜ਼ਿਟਿਵ ਹੋਏਗਾ ਠੀਕ ਹੈ ਇਨ ਫੇਸ ਹੈ because the instantaneous value of load current is equal to the ratio of instantaneous supply voltage and load resistance R I is equal to V upon R ਹੁੰਦਾ ਸਾਨੂੰ ਪਤਾ the load voltage decreases the load current also decrease so ਸਾਡੇ ਕੋਲ ਅਗਰ ਮੈਂ ਵੇਵ ਫਾਰਮ ਦੇਖਾਂ ਤੇ ਆ ਚੀਜ਼ ਬਣਨੀ ਹੈ ਆ ਸਾਡੇ ਕੋਲ ਇਨਪੁਟ ਸਪਲਾਈ ਹੈ 0 ਤੋਂ ਅਲਫਾ ਤੱਕ ਆਊਟਪੁੱਟ ਵੋਲਟੇਜ ਕੋਈ ਨਹੀਂ ਆਏਗੀ ਜਿੱਦਾਂ ਹੀ ਅਲਫਾ ਤੇ ਗੇਟ ਪਲਸ ਦੇ ਦਿੱਤੀ ਜਾਂਦੀ ਆਊਟਪੁੱਟ ਵੋਲਟੇਜ ਸਾਨੂੰ ਮਿਲ ਜਾਏਗੀ ਆਊਟਪੁੱਟ ਵੋਲਟੇਜ ਦੇ ਨਾਲ ਸਾਨੂੰ ਆਊਟਪੁੱਟ ਕਰੰਟ ਵੀ ਮਿਲੇਗਾ ਔਰ ਜਿੱਦਾਂ ਜਿੱਦਾਂ ਵੋਲਟੇਜ ਘਟੇਗੀ ਕਰੰਟ ਵੀ ਘਟੇਗਾ that is because of the resistive nature ਠੀਕ ਹੈ ਇਹ ਰੈਜ਼ਿਸਟਿਵ ਸਰਕਟ ਲੱਗਾ ਇਸ ਕਰਕੇ ohms law ਇਹਦੇ ਵਿੱਚ ਅਪਲਾਈ ਹੋਏਗਾ ਕਿ ਵੋਲਟੇਜ ਵਧਣ ਨਾਲ ਕਰੰਟ ਵਧੇਗਾ ਵੋਲਟੇਜ ਘਟਣ ਨਾਲ ਕਰੰਟ ਘਟੇਗਾ
ठीक है। तो ਇਹ ਹੋ ਗਿਆ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਨੈਗੇਟਿਵ ਹਾਫ ਸਾਈਕਲ ਦੇ ਉੱਪਰ। ਨੈਗੇਟਿਵ ਹਾਫ ਸਾਈਕਲ ਤੇ ਕੀ ਹੋਣਾ, ਹੁਣ ਸਾਨੂੰ ਇਨਪੁਟ ਸਪਲਾਈ ਆਪਾਂ ਆ ਦਿੱਤੀ ਹੈ, ਦਿਸ ਇਜ਼ ਨੈਗੇਟਿਵ ਹਾਫ ਸਾਈਕਲ। ਉਸ ਟਾਈਮ ਤੇ ਆਟੋਮੈਟਿਕਲੀ ਕਮਿਊਟੇਟ ਹੋ ਜਾਣਾ SCR ਨੇ। ਆਪਾਂ ਪੜਿਆ ਹੋਇਆ ਕਿ SCR ਜਿਹੜਾ AC ਸਪਲਾਈ ਤੇ ਜਦੋਂ ਕੰਮ ਕਰਦਾ ਹੈ ਤੇ ਆਟੋਮੈਟਿਕਲੀ ਟਰਨ ਆਫ ਹੋ ਜਾਂਦਾ ਬਿਕੋਜ਼ ਆਫ ਦਾ ਨੈਗੇਟਿਵ ਹਾਫ ਸਾਈਕਲ। तो जो ये टर्न ऑफ हो गया उस टाइम ते रिवर्स बायस कंडीशन होएगी, यदि टर्न ऑफ हो गया दैट मीन सारी इनपुट सप्लाई ਜਿਹੜੀ ਹੈ ਉਹ ਇੱਥੇ ਦੀ ਇੱਥੇ ਸ਼ੋ ਹੋਏਗੀ। ਜਿਹੜੀ ਸਾਡੀ VT ਦੇ ਉੱਤੇ ਆਊਟਪੁੱਟ ਸ਼ੋ ਹੋਏਗੀ ਉਹ ਹੋਏਗੀ -Vin। ਮਾਈਨਸ ਕਿਉਂ ਲੱਗਾ, ਬਿਕੋਜ਼ ਉਸ ਟਾਈਮ ਤੇ ਇੱਥੇ ਮਾਈਨਸ ਹੈ, ਨੀਚੇ ਪਲੱਸ ਹੈ, opposite polarity ਹੋ ਜਾਏਗੀ। ਠੀਕ ਹੈ। ਐਂਡ SCR will act as a open circuit, that means ਜਿਹੜੀ ਸਾਡੇ ਕੋਲ ਆਊਟਪੁੱਟ ਵੋਲਟੇਜ ਆਏਗੀ that time 0 ਆਏਗੀ। the load is connected from the input and hence the load or output voltage 0। ठीक है। entire input voltage then appear across the turned off SCR। सारी input voltage सानू इत्थे across show करेगी VT दे ऊपर। ठीक है। उस टाइम ते साडे कोल जिहड़ी output आएगी आ देखो SCR जिहड़ा है that will be turned off। sorry this time ते आ साडे कोल जिन्नी देर तक नेगेटिव सप्लाई है उन्नी देर तक SCR टर्न ऑफ रहेगा ते जिहड़ी SCR ਦੇ क्रॉस वोल्टेज आएगी दैट इज नेगेटिव। ठीक है। इनू आप इस डायग्राम तो भी समझ सकते हैं। दिस इज इनपुट सप्लाई जिहड़ी नॉर्मल AC आंदी पई है, जिद्दां ही गेट पल्स दवांगे अल्फा ते साडे कोल आउटपुट वोल्टेज आ आएगी। ठीक है। जदों रिवर्स बायस होएगी उस टाइम ते कोई आउटपुट वोल्टेज नहीं आएगी, नेचुरल कम्यूटेशन होएगी। ठीक है। ते बट SCR दी गल करिए बनाना जरूरी नहीं है, दिस इज ऑप्शनल। ਇਹ ਸਾਨੂੰ ਸ਼ੋ ਕਰ ਰਿਹਾ ਕਿ ਜਦੋਂ ਜਦੋਂ ਆਊਟਪੁੱਟ ਵੋਲਟੇਜ ਆਏਗੀ ਉਦੋਂ SCR ਤੇ ਕੋਈ ਵੋਲਟੇਜ ਨਹੀਂ ਆਏਗੀ ਅਕ੍ਰੋਸ, ਜਦੋਂ ਆਊਟਪੁੱਟ ਤੇ ਵੋਲਟੇਜ ਨਹੀਂ ਹੋਏਗੀ ਉਸ ਟਾਈਮ ਤੇ SCR ਦੇ ਕ੍ਰੋਸ ਵੋਲਟੇਜ ਆਏਗੀ। ਆ ਰਹਿਣ ਦੇਣਾ ਬਣਾਣਾ, IT ਬਣਾ ਦੇਣਾ। IT ਤੇ VO ਇੱਕ ਦੂਜੇ ਦੇ ਇਕੁਅਲ ਕੰਮ ਕਰਦੇ ਆ ਬਿਕੋਜ਼ ਆਫ ਰੈਜ਼ਿਸਟਿਵ ਨੇਚਰ। ਹੁਣ ਅਸੀਂ ਗੱਲ ਕੀ ਕਰਨੀ ਹੈ, ਸਾਡਾ ਸਰਕਟ ਹੈ ਰੈਕਟੀਫਾਇਰ ਸਰਕਟ। ਇਨਪੁੱਟ ਵੋਲਟੇਜ ਆ ਸੀਗੀ, ਆਊਟਪੁੱਟ ਵੋਲਟੇਜ ਸਾਨੂੰ ਜਿਹੜੀ ਮਿਲ ਰਹੀ ਉਹ ਆ ਮਿਲ ਰਹੀ ਹੈ। ਹੁਣ ਆ ਜਿਹੜੀ ਵੋਲਟੇਜ ਹੈ दैट इज यूनिडायरेक्शनल और ਆਪਾਂ ਇਹਨੂੰ DC ਵੋਲਟੇਜ ਕਹਿ ਸਕਦੇ ਹਾਂ ਕਿਉਂਕਿ ਇੱਕੋ ਡਾਇਰੈਕਸ਼ਨ 'ਚ ਫਲੋ ਕਰ ਰਹੀ ਹੈ। ਇਹਨੂੰ ਆਪਾਂ ਜਦੋਂ ਫਿਲਟਰ ਆਊਟ ਕਰਾਂਗੇ ਤਾਂ ਸਾਡੇ ਕੋਲ ਇੱਕੋ ਵੋਲਟੇਜ ਬਣ ਕੇ ਆਏਗੀ, ਐਵਰੇਜ ਵੋਲਟੇਜ ਸਾਨੂੰ ਇਦਾਂ ਮਿਲੇਗੀ। ਤੇ ਜਿਹੜਾ ਐਂਗਲ ਹੈ ਅਲਫਾ ਉਹ ਹੈਗਾ ਕਿ ਆਪਾਂ ਕਦੋਂ ਟਰਨ ਔਨ ਕਰ ਰਹੇ ਹਾਂ SCR ਨੂੰ, ਉਹਦੇ ਤੇ ਡਿਪੈਂਡ ਕਰੇਗਾ ਸਾਡੇ ਆਊਟਪੁੱਟ ਵੋਲਟੇਜ। दैट इज कॉल्ड द ट्रिगरिंग एंगल और फायरिंग एंगल और डिले एंगल, अल्फा ਨੂੰ ਆਪਾਂ ਕਹਿੰਦੇ। ਹੁਣ ਦੱਸੋ ਇਹਦੇ ਰਿਲੇਟਡ ਕੋਈ ਕਿਸੇ ਨੂੰ ਨਹੀਂ ਸਮਝ ਆ ਰਿਹਾ, ਪਹਿਲਾਂ ਇੰਨਾ ਤੱਕ ਗੱਲ ਕਰ ਲਓ। हाँ जी तो वो एक बार इक्वेशन वाला समझाना। इक्वेशन वाला दिस वन, वो जो ड्राइव नहीं नहीं इससे पीछे वाला जो ड्राइव किया था। ये हाँ वाला? ये वाला। ओके। बेसिकली क्या हो रहा है, हमारे पास ना अब SCR लगाया हुआ रेक्टिफायर काम कर रहा है, बट SCR की एक प्रॉपर्टी होती है कि SCR इमीडिएटली टर्न ऑन नहीं होता है। SCR जो टर्न ऑन होगा वो वोल्टेज सप्लाई चाहे पीछे से आ रही है हमें, वो टर्न ऑन नहीं होगा तब जब तक हम गेट पल्स नहीं देंगे। मान लो पीछे से ये सप्लाई आ रही थी, इस पॉइंट पे आके हमने गेट पल्स दे दी। अब ये जो टाइम था जहां तक गेट पल्स नहीं दी थी उस टाइम पे जो आउटपुट वोल्टेज जो इनपुट वोल्टेज थी वो कहाँ शो हो रही थी, वो इसके आउटपुट पे तो शो हो नहीं रही थी बिकॉज SCR टर्न ऑन नहीं हुआ था। उस टाइम पे ये शो हो रही थी हमारी SCR के क्रॉस, उसको हम बोलते हैं ब्लॉकिंग मोड। ठीक है। यहाँ पे सारी शो हो रही थी इनपुट सप्लाई, बट जब SCR टर्न ऑन कर दिया हमने अल्फा से, उसने क्या किया, इसको शॉर्ट सर्किट कर दिया SCR को। सारा करंट जो यहाँ से निकलेगा वो आउटपुट वोल्टेज मिल जाएगी, मतलब लोड रेजिस्टेंस के ऊपर मिलेगा और हमें आउटपुट पे ऐसी वोल्टेज मिल जाएगी। इनपुट वोल्टेज के साथ साथ आउटपुट वोल्टेज यहाँ पे ऐसी मिलेगी बट इस गैप के बाद। ठीक है। ये गैप जो है दिस इज कॉल्ड अल्फा और फायरिंग एंगल, जिससे हम कंट्रोल कर सकते हैं आउटपुट वोल्टेज को। ठीक है। हाँ जी। जब रिवर्स बायस आ गया, रिवर्स बायस में क्या हुआ, ये हमारा रिवर्स बायस था। इस टाइम पे तो SCR ने टर्न ऑफ हो जाना बिकॉज ऑफ द नेगेटिव सप्लाई गिवन टू द SCR। अब टर्न ऑफ हो गया दैट मींस ये ओपन सर्किट बन गया, ओपन सर्किट बन गया, फिर वोल्टेज जो हमें आउटपुट पे मिलेगी वो 0 हो जाएगी। दैट मींस हमें आउटपुट पे कुछ नहीं मिलेगा।
सो रेक्टिफायर ने क्या करना है, रेक्टिफायर का काम होता है कि सिर्फ एक हाफ साइकिल में डील करना है जब पॉजिटिव हाफ साइकिल आएगा। जब नेगेटिव हाफ साइकिल आएगा हमें आउटपुट पे कुछ नहीं मिलने वाला, ठीक है। बट जब पॉजिटिव साइकिल आएगा तब भी हमें हर टाइम पे आउटपुट वोल्टेज नहीं मिलेगी। आउटपुट वोल्टेज तभी मिलेगी जब हम अल्फा से गेट एंगल देंगे, गेट सिग्नल देंगे, ठीक है। एंड दैट इज कॉल्ड कंट्रोल्ड ऑपरेशन ऑफ द एससीआर, ठीक है। ओके सर। हाँ जी। आगे चलते हैं, इसकी आउटपुट वोल्टेज क्या आएगी। सो जब हम आउटपुट वोल्टेज निकालेंगे हमारे पास ये आउटपुट सिग्नल है, ये आ रहा है अल्फा से पाई, देन 2 पाई प्लस अल्फा से पाई, अल्फा से 3 पाई तक, ठीक है। तो ऐसे ये डील करता है। अब हमारे पास ये आउटपुट वोल्टेज का फॉर्मूला होता है जिसको हम बोलते हैं VLDC। इसको हमने 1/2 पाई और हमने यहाँ पे एक वो ले ली, रेंज ले ली अल्फा से लेके पाई तक, क्योंकि हमारी आउटपुट वोल्टेज सिर्फ पूरे साइकिल में, हमारा साइकिल होता है 0 से लेके 2 पाई तक 360 डिग्री, उसमें से सिर्फ हमें आउटपुट जो मिल रही है वो मिल रही है अल्फा से लेके पाई तक, बाकी सारा टाइम आउटपुट 0 है। दैट टाइम, उस टाइम पे हमने रेंज ले ली अल्फा से पाई तक और हमें सिग्नल क्या मिल रहा है, Vm sin ओमेगा t, ठीक है। अब अगर इसको मैं निकालूं तो ये बन जाएगा मेरा माइनस Vm जो हमारा कांस्टेंट है पीछे से वो हो गया माइनस Vm, कांस्टेंट बाहर आ जाता है, ठीक है। इंटीग्रेशन से हमारे अंदर रह गया साइन ओमेगा टी, साइन ओमेगा टी की इंटीग्रेशन निकालू तो वो बन जाती कॉस ओमेगा टी। तो यहाँ पे आ गया कॉस ओमेगा टी, रेंज आ गई हमारी पाई टू अल्फा, ठीक है। एक बार हम इसको पाई लेके चलेंगे तो हमारी वैल्यू आ जाएगी Vm 2 पाई कॉस, पाई क्या होता है, पाई होता है हमारा 180 डिग्री और कॉस जो होती है वो 180 डिग्री पे ये होता है -1। तो यहाँ पे -1 प्लस एक बार हम अल्फा लेके चलते हैं, अल्फा लेके चलेंगे तो कॉस अल्फा आ जाएगा यहाँ, ठीक है। अल्फा ओमेगा टी को अल्फा मान लिया तो ये माइनस माइनस प्लस हो गया, हमारे पास आ गया Vm 2 पाई, यहाँ माइनस यहाँ प्लस, माइनस माइनस प्लस हो गया, यहाँ पे प्लस आएगा, आगे Vm 2 पाई कॉस अल्फा। Vm 2 पाई जो है हमारा ये कॉमन आ गया, हमारे पास ये इक्वेशन आ गई। दिस विल बी द एवरेज आउटपुट। जब हम अल्फा को 0 पुट करते हैं, अल्फा 0 का मतलब जब हम डायरेक्टली पॉजिटिव वोल्टेज स्टार्ट हुई वैसे ही टर्न ऑन हो जाता है एससीआर, तो मैक्सिमम वोल्टेज हमें मिलेगी Vm ओवर पाई। उस टाइम पे क्या होगा, cos 0 इज इक्वल टू 1 होता है, 1 + 1 2 हो जाएगा, 1 + 1 2 हुआ, 2 से 2 कट गया, हमारे पास ये वोल्टेज आ गई Vm ओवर पाई एंड इट इज द मैक्सिमम आउटपुट वी कैन टेक फ्रॉम द एससीआर, ठीक है। फिर जैसे जैसे अल्फा की एंगल चेंज होगा उस हिसाब से हमें इस फॉर्मूले के अकॉर्डिंगली आउटपुट वोल्टेज मिलेगी जो कि कम होगी, ठीक है, 0 डिग्री से। तो हम, it is possible to control the average load voltage and hence average load power by controlling the firing angle, phase angle alpha of control rectifier. This is called the phase control of the SCR. So this is the working or principle of SCR. I hope समझ आ गया सबको। कोई क्वेरी है तो पूछ लो। सबको समझ आ गया? सर cos 0 0 हो गया ना? cos 0 is 1। 1 ये तो सर यहाँ हमारे पे 2 से मल्टीप्लाई नहीं हो जाएगा? नहीं, ये ठीक है देखो सर, ओके ओके, ये साइन वेव आगे होती है समझ आ गया। और ये कॉस वेव होती है, ठीक है। cos 0 डिग्री पे 1 होता है, sin 0 डिग्री पे 0 होता है। ओके, वो 2 से 2 कैंसिल हो गए। हाँ, 2 ओके से 2 कैंसिल हो जाएगा, ठीक है। और कोई? हाँ जी। ठीक है, टाइम सेट करना ਤੁਹਾਨੂੰ नीचे मिला, ठीक है। 12 ਵਜੇ ਜਾਣਾ ਇਹਨੂੰ ਤੁਸੀਂ ਰੱਖੋ, ਮੈਂ ਤੁਹਾਨੂੰ ਦੱਸ ਦਿੰਦਾ ਇਹਦੀ ਸੈਟਿੰਗ ਅੰਦਰ ਹੀ ਹੈ। ਇਹ ਜੇ ਚਾਰਜਿੰਗ ਮੁੱਕਦੀ ਹੈ ਤਾਂ ਘਰ ਵਾਲਾ ਚਾਰਜਰ ਜਿਹੜਾ ਤੁਸੀਂ ਫੋਨ ਤੇ ਲਾਉਂਦੇ ਹੋ ਇੱਥੇ ਲਾ ਦਿਓ। ਹਾਂ ਹਾਂ, ਫੁੱਲ ਕਰਕੇ ਲਿਆ, ਕੱਢ ਜਾਣੀ ਵੈਸੇ ਤਾਂ ਇੱਥੇ ਲਾਣਾ ਮੈਂ, ਠੀਕ ਹੈ, ਕਰ ਲਿਓ। ਤੇ ਇਹਨੂੰ ਜਦੋਂ ਆਪਾਂ
एक मिनट बेटा होल्ड करना सारे। सर आ गया जी 10 मिनट, कोई गल नहीं, आ गया 10 मिनट। हाँ जी बेटा। सर ਉਹ ਤੁਸੀਂ ਫੁੱਲ ਸਾਈਨ ਵੇਵ ਨੂੰ 0 ਬਣਾਇਆ ਹੋਇਆ ਸੀ, ਉਹ ਕਰਤਾ ਫੁੱਲ ਸਾਈਨ ਯਾਰ, ਸਾਈਨ ਵੇਵ ਦਾ 0 ਡਿਗਰੀ ਜਿਹੜਾ ਆ ਉੱਥੋਂ ਸ਼ੁਰੂ ਹੁੰਦੀ ਨਾ, ਤੇ ਉਹ 0 ਹੁੰਦੀ ਆ ਉਸ ਟਾਈਮ ਤੇ। ਸਾਈਨ 0 ਡਿਗਰੀ ਇਜ਼ ਇਕੁਅਲ ਟੂ 0, cos 0 ਇਜ਼ ਇਕੁਅਲ ਟੂ 1, ਉਹ ਸ਼ੋ ਕੀਤਾ। ਹਾਂਜੀ ਗੁਰਚਰਨ, ਐਨੀ ਡਾਊਟ? नो सर, ਸਹਿਜ? बाकी सर पढ़न तो बाद रीड आउट करके दस दूंगा मैं। ਕੋਈ ਚੱਕਰ ਨਹੀਂ ਬੇਟਾ, ਜਦੋਂ ਮਰਜੀ। ਸਹਿਜ? नो सर, नो पुलकित? सर, नो 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 सर। राइट। शगुन? नो सर। अजय? हरनेक? प्रेजेंट सर। अटेंडेंस नहीं ला रहे हैं, इंक्वायरी पूछ रहे हैं। नो सर। आज कितनी तारीख है? 13 सर। 13 सर। So 13th of May. विशाल? नो सर। गौरव? नो। ओनम, सरमन? आपको बेटा कोई डाउट है पूछ लो। नो सर। सर वीडियो डाल देना ग्रुप में, मेरा काफी बार नेट कनेक्शन टूट चुका है। अच्छा जी। 1 2 3 9 बच्चे, 1 2 3 4 5 6 7। ठीक है, मैं अटेंडेंस ले ली है ਤੁਹਾਡੀ ਸਾਰਿਆਂ ਦੀ। सिंपल याद रखना है कि रेक्टिफायर सर्किट है, AC टू DC कन्वर्ट करेगा, नॉट प्रॉपर DC। रेक्टिफायर सर्किट का काम होता है बाई डायरेक्ट, बाई ਜਿਹੜੀ ਸਾਡੇ ਕੋਲ इनपुट वेव आती है वो दोनों साइकिल से आती है, बट आप कन्वर्ट करते हैं यूनि डायरेक्शन। ठीक है, ਉਹਦੇ ਚੋਂ सिर्फ हाफ साइकिल काम आएगा, क्योंकि ਇਹਦਾ नाम ही हाफ वेव कंट्रोल रेक्टिफायर है। सिर्फ पॉजिटिव हाफ साइकिल से आउटपुट मिलेगी, नेगेटिव हाफ साइकिल सारा क्लिप ऑफ हो जाएगा। ਜਿਹੜੀ पॉजिटिव हाफ साइकिल से आउटपुट मिलेगी वो कंट्रोल्ड वे ना मिलेगी, वो भी कुछ एंगल तो बाद ਜਿਹੜੀ ਉਹ ਸਾਨੂੰ आउटपुट मिलेगी। सहज डोंट लॉक। ठीक है, और ਜਿਹੜੀ कंट्रोल्ड आउटपुट मिल रही है वो साडी SCR दी प्रॉपर्टी करके मिल रही है।
ਕਿ SCR ਦੀ ਇੱਕ ਪ੍ਰੋਪਰਟੀ ਹੁੰਦੀ ਹੈ ਜਿੱਥੇ ਆਪਾਂ ਗੇਟ ਪਲਸ ਦਿੰਨੇ ਆ ਤੇ ਟਰਨ ਔਨ ਹੁੰਦਾ, ਉਹ ਗੇਟ ਪਲਸ ਨੂੰ ਆਪਾਂ ਕਹਿੰਦੇ ਆ ਫਾਇਰਿੰਗ ਐਂਗਲ, ਠੀਕ ਹੈ, ਔਰ ਉਹ ਆਪਾਂ ਕੰਟਰੋਲ ਕਰ ਸਕਦੇ ਹਾਂ, ਇਸ ਕਰਕੇ ਇਹਦਾ ਨਾਮ ਹੈ ਕੰਟਰੋਲ ਰੈਕਟੀਫਾਇਰ। ਦੈਟਸ ਇਟ। ਬਾਕੀ ਤੁਸੀਂ ਡਾਇਗਰਾਮ ਜਾਂ ਜੋ ਉਹਦੇ ਮੋਡਸ ਬਣਾਏ ਹੋਏ ਆ ਉਹ ਐਜ਼ ਇਟ ਇਜ਼ ਲਿਖ ਕੇ ਆਓਗੇ, 10 ਨੰਬਰ ਦਾ ਕੁਐਸਚਨ ਆਏਗਾ। ਤੇ ਇਹ ਟੌਪਿਕ ਨੂੰ ਉਦੋਂ ਹੀ ਲਿਖੋਗੇ ਜਦੋਂ ਰੈਜ਼ਿਸਟਿਵ ਲੋਡ ਆਏਗਾ। ਜੇ ਤੁਹਾਨੂੰ ਟੌਪਿਕ ਆਇਆ ਕਿ ਇੰਡਕਟਿਵ ਲੋਡ ਦੇ ਵਿੱਚ ਡੀਲ ਕਰੋ, ਇੰਡਕਟਿਵ ਲੋਡ ਵਿੱਚ ਸਮਝਾਓ, ਫਿਰ ਆਪਾਂ ਇਹ ਟੌਪਿਕ ਨਹੀਂ ਲਿਖਣਾ, ਫਿਰ ਮੈਂ ਅਗਲੀ ਵਾਰ ਜੋ ਕਰਾਉਂਗਾ ਉਹ ਲਿਖਾਂਗੇ, ਠੀਕ ਹੈ। Okay, sir. ਓਕੇ ਜੀ, ਚਲੋ ਆਲ ਦਾ ਵੈਰੀ ਬੈਸਟ। ਵੀਡੀਓ ਅਪਲੋਡ ਕਰ ਦਿੰਦਾ ਮੈਂ, ਜਿੰਨੇ ਟੌਪਿਕ ਨਹੀਂ ਸਮਝਿਆ ਸੀਗਾ ਉਹ ਇੱਕ ਵਾਰ ਦੁਬਾਰਾ ਦੇਖ ਲੈਣਾ। ਓਕੇ ਸਰ। ਓਕੇ ਜੀ, ਆਲ ਦਾ ਬੈਸਟ। Yes.